प्यारे विद्यार्थियों, आप सब नूं प्यार भरी सत श्री अकाल। जदों असीं कदे अपने पिछोकड़ वल जाने आ तो सानूं वो चीज़ां समझण वास्ते बहुत सारियां चीज़ां की लोड़ पैंदी है, चाहे वो साडे इतिहासक सोमे होण, किताबां होण, अखबारां होण, रसाले होण या होर इतिहासक इमारतां हो सकदियां। क्योंकि इतिहास साडे पास्ट का सारा जो जिक्र है इतिहास के तरह ही सानूं मिलदा। तां अज असीं 8वीं क्लास का जो लैसन आ वैन, वेयर एंड हाउ, कदों, कित्थे अते किवें, वो करन जा रहे हैं। और जिस बारे तुहानूं ब्रीफली डिटेल है जी सारी वो देण वास्ते चेयरमैन सर सरदार मनमिंदर सिंह ढिल्लों साडे दरम्यान हाज़र होए ने। मैं उन्हां नूं जी आया आखदा, वैलकम सर। सर आपां अज गल करन जा रहे हैं इतिहासक सोमे, खास करके इस लैसन दे विच इतिहासक सोमे सानूं किहड़े-किहड़े काम आउंदे आ साडी जिंदगी दे विच। तो पहला मेरा क्वेश्चन यही होवे, तुहाडे हिसाब नाल व्हाट इज हिस्टरी, इतिहास की है? इतिहास ਨੂੰ ਜੇਕਰ ਆਪਾਂ ਬਿਆਨ ਕਰਨਾ ਹੋਵੇ ਤਾਂ ਜੇ ਥੋੜਾ ਜਿਹਾ ਇਹਨੂੰ ਇਹਦੇ ਸ਼ਬਦਾਂ ਵੱਲ ਜਾਈਏ ਤਾਂ ਪੜ੍ਹਦੇ ਹਾਂ ਇਤਿਹਾਸ जी ਇੱਥੇ ਵਿੱਚ ਐਸੇ ਇਤਿਹਾਸ ਨਹੀਂ ਹੁਆ। हाँ ਇਸ ਤਰ੍ਹਾਂ ਹੋਇਆ जी ਜੇ ਆਪਾਂ ਇਹਦੀ ਅੰਗਰੇਜ਼ੀ ਦੇ ਵਿੱਚ ਥੋੜੀ ਜਿਹੀ ਆਪਾਂ ਇਹਨੂੰ ਪੁਣਛਣ ਕਰੀਏ ਤਾਂ ਇਹਦਾ ਵਾ ਹਿਸਟਰੀ, ਹਿਜ਼ ਸਟੋਰੀ, ਉਸ ਦੀ ਕਹਾਣੀ जी। ਸੋ ਇਹ ਅਸਲ ਦੇ ਵਿੱਚ ਜੋ ਹੋਇਆ, ਜੋ ਵਾਪਰਿਆ, ਜੋ ਬੀਤਿਆ, ਜੋ ਪਾਸਟ ਦੇ ਵਿੱਚ ਹੋਇਆ, ਪਾਸਟ ਹੋ ਚੁੱਕਾ ਹੈ, ਉਹ ਸਾਰੀ ਦੀ ਕਹਾਣੀ ਜਿਹੜੀ ਹੈ ਉਹ ਇਤਿਹਾਸ ਹੈ जी। ਸੋ ਇਤਿਹਾਸ ਜਿਹੜਾ ਹੈ ਉਹ ਸਾਡੇ ਉਹਨਾਂ ਲੋਕਾਂ ਦਾ ਇੱਕ ਲਿਖਤੀ ਜਾਂ ਅਣਲਿਖਤੀ ਇੱਕ ਜ਼ੁਬਾਨੀ ਕਲਾਮੀ ਸਾਡੇ ਤੱਕ ਪਹੁੰਚਿਆ ਹੋਇਆ ਉਹ ਵੇਰਵਾ ਹੈ ਕਿ ਕੀ ਕੁਝ ਵਾਪਰਦਾ ਰਿਹਾ ਦੇਸ਼ 'ਚ, ਦੁਨੀਆ 'ਚ, ਸਾਰੇ ਬ੍ਰਹਿਮੰਡ 'ਚ ਕੀ ਕੁਝ ਹੋਇਆ, ਕੀ ਕੁਝ ਵਾਪਰਿਆ। ਸੋ ਇਹ ਸਾਰਾ ਕੁਝ ਇਤਿਹਾਸ ਹੀ ਹੈ। ਘਟਨਾਵਾਂ ਚੰਗੀਆਂ ਮਾੜੀਆਂ ਜਿਨ੍ਹਾਂ ਨੇ ਟਰਨਿੰਗ ਪੁਆਇੰਟਸ ਲੈਂਦੇ ਦੁਨੀਆ ਦੇ ਵਿੱਚ, ਉਹ ਸਾਰਾ ਕੁਝ ਆਪਾਂ ਇਤਿਹਾਸ ਦੇ ਨਜ਼ਰੀਏ ਤੋਂ ਪੜ੍ਹਦੇ ਹਾਂ। ਇੱਕ ਮਿਥਿਹਾਸ ਵੀ ਹੁੰਦਾ ਹੈ ਜੀ। ਮਿਥਿਹਾਸ ਤੋਂ ਭਾਵ ਹੁੰਦਾ ਇੱਕ ਜਿਹੜੀ ਚੀਜ਼ ਹੋਈ ਵਾਪਰੀ ਨਹੀਂ ਪਰ ਆਪਾਂ ਇੱਕ ਲਿਖਤੀ ਰੂਪ 'ਚ ਆਪਾਂ ਨੂੰ ਮਿਲ ਜਾਂਦੀ ਹੈ ਜਾਂ ਜ਼ਬਾਨੀ ਰੂਪ 'ਚ ਮਿਲ ਜਾਂਦੀ ਹੈ। ਜੀ। ਸੋ ਇਤਿਹਾਸ ਤੇ ਮਿਥਿਹਾਸ ਨੂੰ ਥੋੜਾ ਜਿਹਾ ਕੁਝ ਵੱਖਰੇ ਨਾਲ ਪੜ੍ਹਨਾ ਪੈਂਦਾ ਹੈ। ऑथेंटिक चीज ਜਿਹੜੀ ਹੈ ਉਹ ਇਤਿਹਾਸ ਹੀ ਹੈ। ਇਤਿਹਾਸ ਜੋ ਲਿਖਤੀ ਤੌਰ ਤੇ ਮਿਲਦਾ ਹੈ, ਜੋ ਲਿਖਤੀ ਮਿਲਦਾ ਹੈ ਜਾਂ ਜੋ ਜਿਸ ਦੇ ਸੋਮੇ ਮਿਲਦੇ ਜਿਹਦੇ ਸੋਮੇ ਜਿਸ ਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਵੀ ਇਹ ਚੀਜ਼ ਵਾਪਰੀ ਹੋ ਸਕਦੀ ਹੈ ਜੀ, ਉਹ ਇਤਿਹਾਸ ਹੈ। ਹਾਂ ਬਿਲਕੁਲ ਸਰ। ਆਪਾਂ ਇਤਿਹਾਸ ਨੂੰ ਕਿ 3 ਪਾਰਟਾਂ 'ਚ ਵੰਡਦੇ ਆ। ਉਹ ਕਿਹੜੇ ਤਿੰਨ ਪਾਰਟ ਨੇ? ਮਤਲਬ ਕਿੰਨਾ ਅਸੀਂ 3 ਪਾਰਟ ਇਤਿਹਾਸ ਨੂੰ ਦੱਸ ਸਕਦੇ ਵੀ ਕਿਹੜਾ ਇਤਿਹਾਸ ਹੈ, ਕਿਹੜਾ ਇਤਿਹਾਸ ਜੀ। ਅਸਲ 'ਚ ਇਤਿਹਾਸ ਨੂੰ ਸਮਝਣ ਵਾਸਤੇ ਸਾਨੂੰ ਇਤਿਹਾਸ ਨੂੰ ਸਮੇਂ ਦੀ ਵੰਡ ਕਰਨੀ ਚਾਹੀਦੀ ਇਤਿਹਾਸ ਦੀ। ਜੀ ਹੈ ਨਾ। ਜਿਵੇਂ ਇੱਕ ਤੇ ਇਤਿਹਾਸ ਹੈ ਜਿਹੜਾ ਮਾਡਰਨ ਇਤਿਹਾਸ ਹੈ ਜੀ, ਮਾਡਰਨ ਹਿਸਟਰੀ ਪੜ੍ਹਦੇ ਹਾਂ। ਇੱਕ ਹੁੰਦਾ ਮੀਡੀਵਲ ਮੱਧਕਾਲੀ ਇਤਿਹਾਸ, ਇੱਕ ਹੁੰਦਾ ਐਂਸ਼ੀਐਂਟ ਬੜਾ ਪੁਰਾਣਾ ਇਤਿਹਾਸ। ਉਹ ਪੁਰਾਣਾ ਦਾ ਭਾਵ ਹੈ ਕਿ ਜਿਹਦੇ ਬਾਰੇ ਸਾਡੇ ਕੋਲ ਲਿਖਤੀ ਬਹੁਤੀ ਜਾਣਕਾਰੀ ਨਹੀਂ ਜੀ, ਸਿਰਫ ਸਾਡੇ ਕੋਲ ਮੌਖਿਕ ਤੌਰ ਤੇ ਪਹੁੰਚੀ ਹੋਈ ਹੈ ਜਾਂ ਸਾਡੇ ਕੋਲ ਕੁਝ ਚੀਜ਼ਾਂ, ਕੁਝ ਮੋਹਰਾਂ, ਕੁਝ ਮੂਰਤੀਆਂ ਜਾਂ ਕੁਝ ਸਾਡੇ ਕੋਲ ਇਹੋ ਜਿਹੇ ਸਿੱਕਿਆਂ ਦੇ ਰੂਪ ਚ ਹੋਇਆ ਕਿ ਜਿਹਨੂੰ ਪੜ੍ਹ ਕੇ ਜਾਂ ਜਿਹਨੂੰ ਤੁਸੀਂ ਅੰਦਾਜ਼ੇ ਲਾਏ ਹੋਏ ਨੇ ਕਿ ਇਹ ਚੀਜ਼ ਇਸ ਤਰ੍ਹਾਂ ਵਾਪਰੀ ਹੋਈ ਜੀ। ਮੱਧਕਾਲ ਇਤਿਹਾਸ ਦੇ ਬਾਰੇ ਸਾਡੇ ਕੋਲ ਕਾਫੀ ਕੁਝ ਪਤਾ ਹੈ। ਮਾਡਰਨ ਇਤਿਹਾਸ ਦੇ ਬਾਰੇ ਸਾਡੇ ਕੋਲ ਬਹੁਤ ਜ਼ਿਆਦਾ ਕੁਝ ਪਤਾ ਹੈ। ਸੋ 3 ਹਿੱਸੇ ਵੰਡੇ ਹੋਇਆ ਸੀ, ਇੱਕ ਐਂਸ਼ੀਐਂਟ, ਇੱਕ ਮੀਡੀਵਲ ਤੇ ਇੱਕ ਮਾਡਰਨ ਜੀ। ਚਲੋ ਆਪਾਂ ਹੁਣ ਆਧੁਨਿਕ ਕਾਲ ਦੀ ਗੱਲ ਹੀ ਕਰਦੇ ਹਾਂ। ਤੇ ਆਧੁਨਿਕ ਕਾਲ ਕਦੋਂ ਕਹਿ ਲਓ ਵੀ ਆਪਾਂ ਨੂੰ ਪਤਾ ਲੱਗੇ ਵੀ ਸ਼ੁਰੂ ਹੋਇਆ ਤੇ ਇਹਦੀ ਕਿੰਨਾ ਕਾਰਨਾਂ ਤੋਂ ਪਤਾ ਲੱਗਦਾ ਵੀ ਇੱਥੇ ਹੁਣ ਆਧੁਨਿਕ ਕਾਲ ਚੱਲ ਪਿਆ? ਅੱਛਾ, ਆਧੁਨਿਕਤਾ ਦਾ ਮਤਲਬ ਹੁੰਦਾ ਕਿ ਜੋ ਕੁਝ ਪਹਿਲਾਂ ਨਹੀਂ ਸੀ ਤੇ ਉਸ ਚੀਜ਼ ਨੇ ਸਾਡੀ ਜ਼ਿੰਦਗੀ ਟਰਨਿੰਗ ਪੁਆਇੰਟ ਲੈ ਆਂਦਾ। ਆਧੁਨਿਕਤਾ ਆਧੁਨਿਕ ਕਾਲ ਨੂੰ ਅਸੀਂ 2 ਹਿੱਸਿਆਂ 'ਚ ਵੰਡ ਲੈਂਦੇ ਹਾਂ। 2 ਥਾਵਾਂ ਤੇ ਅੱਡੋ-ਅੱਡ ਤਰੀਕੇ ਨਾਲ ਸ਼ੁਰੂ ਹੋਇਆ ਹੈ। ਯੂਰਪ ਦੇ ਵਿੱਚ ਉਹਦਾ ਸ਼ੁਰੂ ਹੋਣ ਦਾ ਸਨ ਤਰੀਕ ਵੱਖਰੀ ਹੈ, ਸਾਡੇ ਦੇਸ਼ 'ਚ ਵੱਖਰੀ ਹੈ ਜੀ। ਜਦੋਂ ਉਸ ਦੇਸ਼ 'ਚ ਆਧੁਨਿਕਤਾ ਆ ਜਾਂਦੀ ਹੈ ਤਾਂ ਉਹ ਅਸੀਂ ਸਾਡੇ ਕੋਲ ਉਹ ਪੈਰਾਮੀਟਰਸ ਨੇ ਕਿ ਅਸੀਂ ਉਹਨਾਂ ਦੇ ਹਿਸਾਬ ਨਾਲ ਲਿਖਦੇ ਹਾਂ ਕਿ ਜੀ ਯੂਰਪ ਦੇ ਵਿੱਚ ਤਾਂ 16ਵੀਂ ਸਦੀ 'ਚ ਜਿਹੜਾ ਉਹ ਆ ਗਿਆ ਸੀਗਾ ਆਧੁਨਿਕਤਾ। ਹਾਂਜੀ, 16ਵੀਂ 'ਚ ਹੈ ਨਾ, ਜਦੋਂ ਉਹਨਾਂ ਨਵੇਂ ਖੋਜਾਂ, ਨਵੇਂ 16ਵੀਂ ਸਦੀ ਵਿੱਚ ਮਤਲਬ 16ਵੀਂ 'ਚ ਆਧੁਨਿਕ ਹੋ ਗਏ। ਬਿਲਕੁਲ। ਪਰ ਸਾਡੇ ਇਤਿਹਾਸ ਨੂੰ ਅਸੀਂ 18ਵੀਂ 'ਚ ਮੰਨਦੇ ਹਾਂ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜੀ ਜਿਹੜਾ ਹੈ ਨਾ ਆਖਰੀ ਮੁਗਲ ਬਾਦਸ਼ਾਹ ਦਾ ਬਿਲਕੁਲ ਆਖਰੀ ਮੁਗਲ ਬਾਦਸ਼ਾਹ। ਆਖਰੀ ਨਹੀਂ ਕਹਿ ਸਕਦੇ ਆਪਾਂ, ਆਖਰੀ ਦਾ ਆਪਾਂ ਜ਼ਰੂਰ ਨਹੀਂ ਮੰਨਦੇ ਪਰ ਮੇਨ ਜਿਹੜਾ ਵਾਕਈ ਜਿਹੜਾ ਮੇਨ ਜਿਹਨਾਂ ਨੇ ਰੋਲ ਆਪਾਂ ਨੂੰ ਲੱਗਿਆ ਬਹੁਤ ਜ਼ਿਆਦਾ ਮੰਨ ਲਓ ਆਪਾਂ ਨੂੰ ਆਖਰੀ ਮੰਨ ਲਈਏ, ਵਾਕਈ ਆਖਰੀ ਮੰਨਣਾ ਘੜੀ ਗੱਲ ਸਹੀ ਹੈ, ਆਖਰੀ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਤੋਂ ਬਾਅਦ ਤਾਂ ਕੋਈ ਜਿਹੜਾ ਖਾਸ ਰੋਲ ਨਹੀਂ ਰਹਿ ਗਿਆ ਉਹਨਾਂ ਦਾ। ਸੋ ਇਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜਾ 18ਵੀਂ ਸਦੀ ਦਾ ਜਿਹੜਾ ਇਤਿਹਾਸ ਹੈ ਉਹਨੂੰ ਮਾਡਰਨ ਮੰਨਦੇ ਆ। ਜੀ।
ਹਾਂ ਸਰ, ਅਗਲਾ ਮੇਰਾ ਕੁਐਸਚਨ ਤੁਹਾਨੂੰ ਹੈ ਕਿ ਕਿਹੜੀਆਂ ਕਿਹੜੀਆਂ ਜਿਹੜੀਆਂ ਯੂਰਪੀਅਨ ਸ਼ਕਤੀਆਂ ਭਾਰਤ ਦੇ ਵਿੱਚ ਆਈਆਂ, ਜਿਨ੍ਹਾਂ ਨੇ ਇੱਥੇ ਕਬਜ਼ਾ ਕੀਤਾ, ਜਿਨ੍ਹਾਂ ਨੇ ਰਾਜ ਕੀਤਾ, ਟਿੱਕੀਆਂ ਕਿਹੜੀਆਂ ਜ਼ਿਆਦਾ ਟਾਈਮ ਰਹੀਆਂ, ਕੀ ਕੀ ਉਹ ਸਾਡੇ ਇਤਿਹਾਸ ਦੇ ਉੱਤੇ ਅਸਰ ਹੋਇਆ? ਦੇਖੋ, ਸਭ ਤੋਂ ਪਹਿਲਾਂ ਤੇ ਇੱਥੇ ਆਪਣੇ ਦੇਸ਼ ਦੇ ਪੁਰਤਗਾਲੀਆਂ ਨੇ ਆਪਣੇ ਪੈਰ ਜਮਾਏ ਜੀ। ਹਾਂ, ਉਹ ਆਏ ਨੇ ਜਦੋਂ ਪਹਿਲਾਂ ਕੋਲੰਬਸ ਘਰੋਂ ਤੁਰਿਆ ਸੀਗਾ ਭਾਰਤ ਦੀ ਖੋਜ ਵਾਸਤੇ ਜੀ ਹਨਾ, ਉਹ ਭਾਰਤ ਲੱਭਦਾ ਕਿਤੇ ਹੋਰ ਸਾਂ ਜਾ ਪਹੁੰਚਿਆ ਤੇ ਜਿਹਨੂੰ ਆਪਾਂ ਉਹਨੇ ਕਹਿੰਦਾ ਵੀ ਇਹ ਵੀ ਇੰਡੀਆ ਹੀ ਹੈ ਹਨਾ, ਦੀ ਖੋਜ ਹੋ ਗਈ ਹਨਾ। ਔਰ ਉਸ ਤੋਂ ਬਾਅਦ ਵਾਸਕੋ ਡੀ ਗਾਮਾ ਸਾਡੇ ਦੇਸ਼ ਚ ਆਉਂਦਾ ਹੈ, ਉਹ ਆ ਕੇ ਵੇਖਦਾ ਹੈ। ਸੋ ਕਿਉਂਕਿ ਭਾਰਤ ਜਿਹੜਾ ਸੀਗਾ, ਉਹ ਕਹਿੰਦੇ ਸੀ ਕਿ ਕਿਸੇ ਵੇਲੇ ਲੋਕ ਇਹ ਮੰਨਦੇ ਸੀ ਕਿ ਵੀ ਭਾਰਤ ਦੇ ਜਿਹੜੇ ਬੱਚੇ ਨੇ ਉਹ ਡਾਇਮੰਡਸ ਦੇ ਨਾਲ ਬਰਾਂਟੇ ਖੇਡਦੇ ਨੇ ਨਾ, ਜੋ ਬੱਚੇ ਖੇਡਦੇ ਆ, ਅੱਛਾ ਗੋਲੀਆਂ ਖੇਡਦੇ ਆ ਜੀ। ਅੱਛਾ, ਉਸ ਤੋਂ ਬਾਅਦ ਉਹ ਜਿਹੜੇ ਸੀਗੇ ਆਪਣੇ ਜਹਾਜੀ, ਸਮੁੰਦਰੀ ਜਹਾਜ਼ ਬਣਾਉਣ ਵਾਲੇ, ਜੀ ਉਹਨਾਂ ਦੇ ਕੋਲੋਂ ਜਿਹੜੇ ਉਹ ਸਪੇਨ ਦੇ ਪੁਰਤਗਾਲ ਦੇ ਲੋਕ ਕਹਾਣੀਆਂ ਸੁਣਦੇ ਸੀ ਭਾਰਤ ਦੀ ਅਮੀਰੀ ਦੀਆਂ। ਸੋ ਇਹਨਾਂ ਦੀ ਮਨ 'ਚ ਇੱਛਾ ਹੋਈ ਵੀ ਅਸੀਂ ਹੁਣ ਜਾ ਕੇ ਵੇਖੀਏ ਵੀ ਕੀ ਹੈ। ਸੋ ਫਿਰ ਪੁਰਤਗਾਲੀ ਆਏ, ਡੱਚ ਆਏ, ਫਰਾਂਸੀਸੀ ਆਏ, ਅੰਗਰੇਜ਼ ਆਏ, ਜਿਹਨੂੰ ਆਪਾਂ ਇੰਗਲੈਂਡ ਤੋਂ ਜਿਹੜੇ ਲੋਕ ਸੀ। ਸੋ ਇਹ ਮੇਨ ਸ਼ਕਤੀਆਂ ਇਹ ਸੀ ਜਿਹੜੀਆਂ ਇੱਥੇ ਆਈਆਂ ਆਪਣੇ ਇੰਡੀਆ 'ਚ ਭਾਰਤ ਦੀ ਪਹੁੰਚੀਆਂ ਨੇ ਸਮੁੰਦਰੀ ਰਸਤੇ ਰਾਹੀਂ, ਜਿਨ੍ਹਾਂ ਨੇ ਭਾਰਤ ਦੇ ਆ ਕੇ ਤੇ ਆਪਣਾ ਵਪਾਰ ਜਿਹੜਾ ਸੀਗਾ ਉਹ ਵਧਾਉਣਾ ਸ਼ੁਰੂ ਕੀਤਾ ਸੀਗਾ। ਸੋ ਇਹ ਮੇਨ ਸ਼ਕਤੀਆਂ ਸੀਗੀਆਂ, ਪੁਰਤਗਾਲੀ, ਡੱਚ, ਫਰਾਂਸੀਸੀ ਤੇ ਬ੍ਰਿਟਿਸ਼ਰਸ, ਅੰਗਰੇਜ਼। ਮਤਲਬ ਅੰਗਰੇਜ਼ਾਂ ਨੇ ਸਭ ਤੋਂ ਜ਼ਿਆਦਾ ਫਿਰ ਇੱਥੇ ਰਾਜ ਕੀਤਾ ਔਰ ਇੱਥੋਂ ਦੇ ਇਤਿਹਾਸ ਨੂੰ ਪ੍ਰਭਾਵਿਤ ਵੀ ਕੀਤਾ। ਬਿਲਕੁਲ ਕਿਉਂਕਿ ਫਿਰ ਬਾਕੀ ਜਿਹੜੀਆਂ ਸ਼ਕਤੀਆਂ ਸੀਗੀਆਂ ਉਹ ਨਹੀਂ ਟਿਕ ਪਾਈਆਂ ਅੰਗਰੇਜ਼ਾਂ ਦੇ ਅੱਗੇ ਜੀ। ਤੇ ਜਿਹੜਾ ਸੀਗਾ ਅੰਗਰੇਜ਼ਾਂ ਦੀ ਜਿਹੜੀ ਰਣਨੀਤੀ ਸੀ, ਯੁੱਧ ਨੀਤੀ ਸੀਗੀ, ਜਾਂ ਤੁਸੀਂ ਇਹ ਮੰਨ ਲਓ ਕਿ ਕੋਈ ਵੀ ਕੰਮ ਦੀ ਨੀਤੀ ਸੀਗੀ, ਉਹ ਬੜੀ ਬਾਕੀਆਂ ਨਾਲੋਂ ਖਾਸ ਅਲੱਗ ਸੀ ਜੀ। ਸੋ ਇਸ ਵਾਸਤੇ ਫਿਰ ਉਹ ਸਾਰੇ ਜਿਹੜੇ ਸੀਗੇ, ਜਿਵੇਂ ਆਪਾਂ ਇਹ ਮੰਨਦੇ ਹਾਂ ਕਿ 1744 ਤੋਂ ਲੈ ਕੇ 1763 ਤੱਕ ਜੀ ਕਰਨਾਟਕ ਦੇ ਵਿੱਚ ਹੀ ਪੁਰਤਗਾਲੀ ਨਾਲ 3 ਲੜਾਈਆਂ ਹੋਈਆਂ ਅੰਗਰੇਜ਼ਾਂ ਦੀਆਂ। ਜੀ ਜਿਹੜੀਆਂ ਤਿੰਨੇ ਜਿੱਤੀਆਂ ਨੇ ਅੰਗਰੇਜ਼ਾਂ ਨੇ ਤੇ ਪੁਰਤਗਾਲੀਆਂ ਤਿੰਨੇ ਹਾਰੀਆਂ। ਅੱਛਾ। ਸੋ ਜਿਹੜਾ ਇਹ ਸੀਗਾ ਅੰਗਰੇਜ਼ਾਂ ਦਾ ਇੱਕ ਤਰੀਕਾ ਜੀ ਕਿ ਉਹਨਾਂ ਨੇ ਆਪਣੇ ਤਰੀਕੇ ਨਾਲ ਦੇਸ਼ 'ਚ ਰਾਜ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਾਕੀ ਸ਼ਕਤੀਆਂ ਤਕੜੀਆਂ ਸੀਗੀਆਂ, ਪਰ ਅੰਗਰੇਜ਼ ਜਿਹੜੇ ਸੀਗੇ ਉਹ ਸੁਪਰ ਪਾਵਰ ਬਣ ਚੁੱਕੇ ਆ। ਮਤਲਬ ਉਹਨਾਂ ਨੂੰ ਰਾਜ ਕਰਨ ਦਾ ਵੱਲ ਕਹਿ ਸਕਦੇ ਸੀਗਾ ਵੀ ਕਿੱਦਾਂ ਕਿਸੇ ਚੀਜ਼ ਨੂੰ ਮੈਨੇਜ ਕਰਨਾ ਜਾਂ ਹੈਂਡਲ ਕਰਨਾ ਹੈ ਨਾ। ਦੇਖੋ, ਵਪਾਰੀ ਬਣ ਕੇ ਉਹ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਜਦੋਂ 200 ਸਾਲ ਤੱਕ ਰਾਜ ਕਰ ਜਾਂਦੇ। ਦੂਜੀ ਗੱਲ ਇਹ ਵੀ ਆ ਕਿ ਰਾਜ ਕਰਨ ਦਾ ਵੱਲ ਵੀ ਕਹਿ ਸਕਦੇ ਆ, ਪਰ ਨਾਲ ਦੀ ਨਾਲ ਕੁਝ ਸਾਡੇ ਦੇਸ਼ ਦੀਆਂ ਕਮਜ਼ੋਰੀਆਂ, ਬਿਲਕੁਲ ਰਾਜਸੀ ਕਮਜ਼ੋਰੀਆਂ, ਰਾਜਨੀਤਿਕ ਲੋਕਾਂ ਦੀਆਂ ਕਮਜ਼ੋਰੀਆਂ ਸੀਗੀਆਂ, ਜਿਹੜੇ ਰਾਜੀ ਸੀਗੇ ਜਾਂ ਜੋ ਸ਼ਾਸਕ ਸੀਗੇ, ਉਹਨਾਂ ਦੀਆਂ ਕਮਜ਼ੋਰੀਆਂ ਦਾ ਹੀ ਫਾਇਦਾ ਉਠਾ ਕੇ ਜਿਹੜੇ ਸੀ ਉਹ ਇਹ ਚੰਗੇ ਸ਼ਾਸਕ ਬਣੇ ਨੇ ਜੀ। ਵਰਨਾ ਜੇ ਆਪਾਂ ਇਹ ਕਹਿ ਸਕੀਏ ਕਿ ਕੁਝ ਇਹੋ ਜਿਹੇ ਸਟੇਟਸ ਵੀ ਹੈਗੇ ਨੇ, ਮਤਲਬ ਪੰਜਾਬ ਦੇ 100 ਸਾਲ ਬਾਅਦ ਆਏ, ਬਹੁਤ ਮਤਲਬ ਪੰਜਾਬ 100 ਸਾਲ ਹੀ ਗੁਲਾਮ ਰਿਹਾ। ਹਾਂ, ਸਿਰਫ 100 ਸਾਲ ਗੁਲਾਮ ਰਿਹਾ, ਬਾਕੀ ਦੇ ਮੁਕਾਬਲੇ। ਬਿਲਕੁਲ ਸਰ, ਆਪਾਂ ਗੱਲ ਕਰ ਰਹੇ ਹਾਂ ਕਿ ਇਤਿਹਾਸਕ ਸੋਮੇ ਜਿਹੜੇ ਮਤਲਬ ਲੋਕਾਂ ਨੇ ਦੇਖੇ ਜਾਂ ਪੜ੍ਹੇ, ਉਸ ਤੋਂ ਬਾਅਦ ਉਹਨੂੰ ਸਮਝ ਆਈ ਵੀ ਇਤਿਹਾਸ ਕੀ ਆ ਜੀ, ਜਾਂ ਸਾਡੇ ਜਿਹੜੇ ਪਾਸਟ 'ਚ ਕੀ ਵਾਪਰਿਆ ਜੀ। ਉਹਨਾਂ ਦੇ ਜਦੋਂ ਪਹਿਲੇ ਜਿਹੜੇ ਸੋਮੇ ਉਹਨਾਂ ਦੀ ਗੱਲ ਹੀ ਕਰੂੰਗਾ ਵੀ ਜਿਹੜੀਆਂ ਇਤਿਹਾਸਕ ਕਿਤਾਬਾਂ ਸੀਗੀਆਂ, ਜਿਹੜੀਆਂ ਸਾਡੀਆਂ ਇਤਿਹਾਸਕ ਪੁਸਤਕਾਂ ਸੀਗੀਆਂ, ਉਹਨਾਂ ਨੂੰ ਕਿਵੇਂ ਅਸੀਂ ਇਤਿਹਾਸਕ ਸਰੋਤ ਦੇ ਰੂਪ 'ਚ ਲੈਂਦੇ ਆ? ਦੇਖੋ, ਇਤਿਹਾਸਕ ਪੁਸਤਕਾਂ ਲਿਖੀਆਂ ਉਹਨਾਂ ਨੇ ਜਿਨ੍ਹਾਂ ਨੇ ਇਤਿਹਾਸ ਬਣਾਏ ਜੀ, ਜਾਂ ਜਿਹੜੇ ਯੁੱਧਾਂ 'ਚ ਲੜਦੇ ਰਹੇ ਆ, ਜਾਂ ਜਿਹੜੇ ਮੁਖੀ ਸੀਗੇ ਉਸ ਸਮੇਂ ਦੇ। ਜੀ। ਜੇਕਰ ਆਪਾਂ ਗੱਲ ਕਰੀਏ ਮੁਗਲਾਂ ਦੀ, ਤੇ ਮੁਗਲਾਂ ਦੇ ਬਾਰੇ ਕਿਤਾਬਾਂ ਲਿਖੀਆਂ ਉਹਨਾਂ ਨੇ, ਜਿਹੜੇ ਮੁਗਲਾਂ ਦੇ ਦਰਬਾਰਾਂ 'ਚ ਰਾਜਿਆਂ ਦੇ ਖਾਸ ਕਵੀ ਸੀਗੇ ਜਾਂ ਖਾਸ ਇਤਿਹਾਸਕਾਰ ਸੀ। ਜੀ। ਅੰਗਰੇਜ਼ਾਂ ਦੀ ਗੱਲ ਕਰ ਲਈਏ ਤਾਂ ਅੰਗਰੇਜ਼ਾਂ ਨੇ ਵੀ ਆਪਣੇ, ਕਿਉਂਕਿ ਅੰਗਰੇਜ਼ ਇਹ ਨਹੀਂ ਸੀ ਕਿ ਵੀ ਇਕੱਲਾ ਉਹ ਰਾਜ ਕਰਨਾ ਹੀ ਸੀ, ਕਿ ਉਹਨਾਂ ਨੇ ਇਸ ਦੇ ਨਾਲ ਨਾਲ ਹੋਰ ਬੜਾ ਕੁਝ ਸੋਚਿਆ ਸੀਗਾ। ਉਹਨਾਂ ਦੀ ਆਪਣੀ ਜਿਹੜੀ ਇੱਕ ਟੀਮ ਸੀਗੀ ਸਕਾਲਰਸ ਦੀ, ਹਿਸਟੋਰੀਅਨਸ ਦੀ, ਜਿਹੜੀ ਨਾਲ ਆਉਂਦੀ ਸੀਗੀ, ਉਹ ਬੈਠ ਕੇ ਉਹਨਾਂ ਨੂੰ ਪੜਚੋਲ ਕਰਦੇ ਸੀ, ਉਹ ਲਿਖਦੇ ਸੀ ਤੇ ਫਿਰ ਉਸ ਚੀਜ਼ ਨੂੰ ਗਲੋਰੀਫਾਈ ਵੀ ਕਰਦੇ ਸੀ, ਉਹਨਾਂ ਨੂੰ ਹੋਰ ਵਧੀਆ ਚੰਗੀਆਂ ਹੋਣ ਵਾਸਤੇ ਕਿ ਆਉਣ ਵਾਲੀਆਂ ਨਸਲਾਂ ਇਹਨੂੰ ਪੜ੍ਹਨ। ਇਸ ਲਈ ਉਹਨਾਂ ਨੇ ਜਿਸ ਕੋਈ ਕਮੀਆਂ ਵੀ ਰਹਿ ਗਈਆਂ ਹੁੰਦੀਆਂ ਸੀਗੀਆਂ ਤਾਂ ਵੀ ਇਹਨਾਂ ਨੂੰ ਉਹ ਚੰਗੇ ਬਣਾ ਕੇ ਪੇਸ਼ ਕਰਦੇ ਰਹੇ। ਸੋ ਇਤਿਹਾਸਕ ਪੁਸਤਕਾਂ ਦੇ ਵਿੱਚੋਂ ਸਾਨੂੰ ਜਾਣਕਾਰੀ ਤਾਂ ਮਿਲਦੀ ਹੈ, ਪਰ ਉਹ ਜਾਣਕਾਰੀ ਮੇਨ ਸਾਨੂੰ ਉਹੀ ਮਿਲਦੀ ਹੈ ਜਿਹੜੀ ਜਾਣਕਾਰੀ ਜਿਸ ਖਿੱਤੇ ਬਾਰੇ, ਜਿਸ ਰਾਜੇ ਬਾਰੇ ਜਾਂ ਜਿਸ ਧਰਮ ਬਾਰੇ ਲਿਖੀ ਹੋਈ ਹੈ। ਇਹਦੇ ਬਾਰੇ ਸਾਨੂੰ ਪੜਚੋਲਵੀਆਂ ਕਿਤਾਬਾਂ ਪੜ੍ਹਨੀਆਂ ਪੈਣੀਆਂ ਨਾ, ਇਹ ਇੱਕ ਬੰਦੀ ਕਿਤਾਬ ਨਹੀਂ। ਜੇ ਸਾਨੂੰ ਅਸੀਂ ਔਰੰਗਜ਼ੇਬ ਬਾਰੇ ਜਾਣਨਾ ਹੈ ਤਾਂ ਸਾਨੂੰ ਸਿੱਖ ਇਤਿਹਾਸ ਜਿਹਨਾਂ ਲੋਕਾਂ ਨੇ ਬਣਾਇਆ ਹੈ, ਜਿਹਦੇ ਨਾਲ ਲਿਖਿਆ ਹੈ, ਉਹਨਾਂ ਬਾਰੇ ਕੁਝ ਪੜ੍ਹਨਾ ਪਏਗਾ, ਉਹਨਾਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ, ਹਿੰਦੂ ਦੀਆਂ ਪੜ੍ਹਨੀਆਂ ਪੈਣਗੀਆਂ, ਜਾਂ ਮੁਗਲਾਂ ਨੇ ਜੋ ਆਪਣੇ ਇਤਿਹਾਸ ਲਿਖੇ ਨੇ। ਸੋ ਇਹ ਸਾਰਾ ਰਵਾ ਸਾਰਾ ਕੁਝ ਸਾਨੂੰ ਪੜਚੋਲ ਦੇ ਤੋਂ। ਮੈਂ ਇਹਦੇ ਨਾਲ ਇੱਕ ਹੋਰ ਸਵਾਲ ਵੀ ਜੋੜਿਆ, ਜਿਹੜੇ ਅਖਬਾਰ ਜਾਂ ਮੈਗਜ਼ੀਨ ਜਾਂ ਉਦੋਂ ਦੇ ਰਸਾਲੇ ਸੀਗੇ ਜੀ, ਉਹ ਵੀ ਕਹ ਲਓ ਵੀ ਚਲੋ ਪੁਸਤਕਾਂ ਦਾ ਰੂਪ ਵੀ ਇਹ ਵੀ ਉਸੇ ਤਰ੍ਹਾਂ ਹੀ ਸਹਾਇਕ ਹੋਏ ਆ। ਬਿਲਕੁਲ ਇਸੇ ਤਰ੍ਹਾਂ ਹੀ ਆ, ਕਿਉਂਕਿ ਜੇ ਕੋਈ ਵੀ ਮੈਗਜ਼ੀਨ ਆ ਉਹ ਤਾਂ ਹਮੇਸ਼ਾ ਕਰੰਟ ਅਫੇਅਰਸ ਦੀ ਗੱਲ ਕਰਦੀ ਜੀ। ਅਖਬਾਰਾਂ ਕਰੰਟ ਅਫੇਅਰਸ ਦੀ ਗੱਲ ਕਰਦੀਆਂ ਨੇ। ਕਿਤਾਬਾਂ ਦੇ ਵਿੱਚ ਜੋ ਵਾਪਰ ਚੁੱਕਾ ਵਾ ਉਹਦੀ ਗੱਲ ਕਰਦੇ ਆ। ਮੈਗਜ਼ੀਨਸ ਦੇ ਵਿੱਚ ਜਾਂ ਜਿਹੜੇ ਰਸਾਲੇ ਨੇ ਜਾਂ ਅਖਬਾਰਾਂ ਨੇ,
ਕਈ ਅਖਬਾਰਾਂ ਤਾਂ ਅੰਗਰੇਜ਼ਾਂ ਨੇ ਬੜੇ ਚਿਰ ਸ਼ੁਰੂ ਕੀਤੀਆਂ ਨੇ, ਹਿੰਦੁਸਤਾਨ ਟਾਈਮਜ਼ ਹੋ ਗਿਆ, ਜੀ। ਟ੍ਰਿਬਿਊਨ ਹੋ ਗਈ, ਇਹ ਬੜੀਆਂ ਪੁਰਾਣੀਆਂ ਅਖਬਾਰਾਂ ਚੱਲਦੀਆਂ ਜੀ। ਗਈਆਂ ਨੇ, ਚੱਲਦੀਆਂ ਪਈਆਂ ਨੇ। ਸੋ ਇਹਨਾਂ ਦੇ ਵਿੱਚ ਜੋ ਕੁਝ ਵਾਪਰਦਾ ਰਿਹਾ ਨਾ, ਉਹ ਸਮੇਂ ਦੇ ਸਮੇਂ ਜੋ ਅੱਜ ਚੀਜ਼ ਵਾਪਰੀ ਹੈ ਕੱਲ ਨੂੰ ਅਖਬਾਰ ਚ ਆ ਜਾਏਗੀ, ਤਾਂ ਉਹ ਇੱਕ ਕਾਫੀ ਆਥੈਂਟਿਕ ਅਸੂਮਾ ਮੰਨੀ ਜਾਂਦੀ ਹੈ, ਕਿਉਂਕਿ ਜਿਹੜੀ ਚੀਜ਼ ਅੱਜ ਵਾਪਰੀ ਉਹ ਕੱਲ ਨੂੰ ਅਖਬਾਰ ਚ ਆ ਗਈ। ਇਹਦਾ ਮਤਲਬ ਇਹ ਹੈ ਕਿ ਉਹ ਉਸ ਸਮੇਂ ਜੋ ਕੁਝ ਹੋਇਆ ਵਾਪਰਿਆ ਉਹ ਲੋਕਾਂ ਨੂੰ ਪਤਾ ਸੀ, ਤੇ ਉਸ ਚੀਜ਼ ਦੀ ਜਿਹੜੀ ਖਬਰ ਹੈ ਉਹ ਛਪ ਚੁੱਕੀ ਹੈ। ਸੋ ਇਸ ਤਰ੍ਹਾਂ ਅਸੀਂ, ਕਿਉਂਕਿ ਜਿਹੜੀਆਂ ਅਖਬਾਰਾਂ ਨੇ ਉਹ ਤਾਂ ਬਹੁਤ ਹਾਲੇ ਨਵੀਂ ਗੱਲ ਨਹੀਂ, 100-150 ਸਾਲ ਪੁਰਾਣੀਆਂ ਅਖਬਾਰਾਂ ਹੋਣਗੀਆਂ, ਇਸ ਤੋਂ ਪੁਰਾਣੀਆਂ ਨੇ ਜੀ। ਕਿਤਾਬਾਂ ਦੀ ਉਮਰ ਵੀ ਕੋਈ ਜ਼ਿਆਦਾ ਲੰਬੀ ਨਹੀਂ, ਉਸ ਤੋਂ ਪਹਿਲਾਂ ਕਿਤਾਬਾਂ ਨੇ ਉਹ ਜ਼ਿਆਦਾਤਰ ਕਵਿਤਾ ਦੇ ਰੂਪ ਤੁਹਾਨੂੰ ਮਿਲਦੀਆਂ ਨੇ ਜੀ। ਸੋ ਰਸਾਲੇ, ਅਖਬਾਰਾਂ, ਮੈਗਜ਼ੀਨਸ ਜਿਹੜੇ ਨੇ ਉਹ ਵੀ ਕਾਫੀ ਸਾਡੇ ਵਾਸਤੇ ਸਹਾਇਕ ਨੇ, ਸਾਨੂੰ ਇਤਿਹਾਸ ਨੂੰ ਜਾਣਨ ਵਾਸਤੇ ਜਾਂ ਉਸ ਸਮੇਂ ਕੀ ਵਾਪਰ ਰਿਹਾ ਸੀ ਉਹਨੂੰ ਜਾਣਨ ਵਾਸਤੇ। ਜੀ ਜੀ ਬਿਲਕੁਲ ਸਰ। ਤੇ ਅੱਗੇ ਇੱਕ ਆਪਾਂ ਇਤਿਹਾਸਕ ਪੁਸਤਕਾਂ ਰਸਾਲਿਆਂ ਤੋਂ ਬਾਅਦ ਗੱਲ ਆਉਂਦੀ ਆ ਕਿ ਇਤਿਹਾਸਕ ਇਮਾਰਤਾਂ ਵੀ ਮਤਲਬ ਸਾਡੇ ਦੇਸ਼ ਦੇ ਵਿੱਚ ਜਾਂ ਵਰਲਡ ਦੇ ਲੈਵਲ ਤੇ ਆਪਾਂ ਦੇਖੀਏ ਤਾਂ ਵੱਖ-ਵੱਖ ਦੇਸ਼ਾਂ ਦੇ ਜਿਹੜੇ ਉੱਥੋਂ ਦੇ ਇਤਿਹਾਸ ਆ, ਉਹ ਇਤਿਹਾਸ ਦੇ ਵਿੱਚ ਜਦੋਂ ਵੀ ਕਿਸੇ ਨੇ ਕੋਈ ਰਾਜ ਕੀਤਾ, ਕਿਸੇ ਨੇ ਕਬਜ਼ਾ ਕੀਤਾ, ਜੀ। ਤਾਂ ਉਹਨਾਂ ਨੇ ਆਪਣੀ ਸ਼ੈਲੀ ਦੇ ਵਿੱਚ ਬਿਲਡਿੰਗਸ ਵੀ ਬਣਾਈਆਂ। ਬਿਲਕੁਲ। ਜਿਵੇਂ ਮੁਗਲਾਂ ਦੀ ਆਪਣੀ ਇੱਕ ਕਲਾ ਸੀ, ਮੁਗਲ ਆਰਟ ਨੂੰ ਕਹਿੰਦੇ ਆਪਾਂ। ਇਹਨੂੰ ਮੁਗਲ ਆਰਟ ਕਹਿੰਦੇ ਆ। ਅੰਗਰੇਜ਼ਾਂ ਦਾ ਆਰਟ ਵੱਖਰਾ ਸੀ, ਜਾਂ ਜਿੱਦਾਂ ਦੇ ਵੀ ਸਾਡੇ ਦੇਸ਼ 'ਚ ਕੋਈ ਸ਼ਾਸਕ ਆਏ, ਬਾਹਰੀ ਹਮਲਾਵਰ ਆਏ, ਉਹਨਾਂ ਨੇ ਆਪਣੀ ਛਾਪ ਛੱਡਣ ਵਾਸਤੇ ਆਪਣੇ ਢੰਗ ਦੀਆਂ ਬਿਲਡਿੰਗਸ ਦਾ ਨਿਰਮਾਣ ਕੀਤਾ। ਮੈਂ ਤੁਹਾਡੇ ਤੋਂ ਕੁਝ ਉਦਾਹਰਨਾਂ ਵੀ ਲਵਾਂਗਾ ਤਾਂ ਕਿ ਬੱਚੇ ਵੀ ਉਹ ਕਦੇ ਨਾ ਕਦੇ ਉਹ ਬਿਲਡਿੰਗਾਂ ਦੇਖ ਸਕਣ, ਕਿ ਜਿਹੜੀਆਂ ਤੁਹਾਡੇ ਧਿਆਨ 'ਚ ਹੋਣ ਵੀ ਬੱਚਿਆਂ ਨੂੰ ਦੇਖਣ ਲਾਇਕ ਆ, ਤੇ ਉਹ ਕਿਵੇਂ ਸਾਡੇ ਇਤਿਹਾਸ ਨੂੰ ਪ੍ਰਭਾਵਿਤ ਕਰਦੀਆਂ ਜਾਂ ਕਿਵੇਂ ਸਾਨੂੰ ਜਾਣਕਾਰੀ ਦਿੰਦੀਆਂ ਕਿ ਇਹ ਇਤਿਹਾਸ ਦੇ ਸੋਮਿਆਂ ਦੇ ਰੂਪ ਜਿਸ ਨੂੰ ਸਾਂਭ ਸਕਦੇ ਆ। ਬਿਲਕੁਲ। ਜਿਸ ਤਰ੍ਹਾਂ ਕੋਈ ਵੀ, ਜਿਵੇਂ ਤੁਸੀਂ ਅੱਧਾ ਜਵਾਬ ਤੁਸੀਂ ਆਪਾਂ ਮੇਰਾ ਤੁਸੀਂ ਦਿੱਤਾ ਹੈ ਕਿ ਕੋਈ ਵੀ ਜਿਹੜਾ ਸ਼ਾਸਕ ਹੈ ਉਹ ਸਭ ਤੋਂ ਪਹਿਲਾਂ ਜਿੱਥੇ ਉਹਨੇ ਰਹਿਣਾ ਹੈ ਜੀ, ਜਾਂ ਜਿੱਥੇ ਉਸ ਦਾ ਇੱਕ ਸੁਰੱਖਿਆ ਘੇਰਾ ਹੈ ਜੀ। ਉਹਨੂੰ ਮਜ਼ਬੂਤ ਕਰਨ ਵਾਸਤੇ ਉਹ ਇੱਕ ਮਹਿਲ ਤੇ ਇੱਕ ਕਿਲੇ ਤਿਆਰ ਕਰਦਾ ਹੈ ਜੀ, ਹੈ ਨਾ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਮੁਗਲ ਆਰਟ ਤੋਂ। ਜੀ। ਇਸ ਤੋਂ ਪਹਿਲਾਂ ਵੀ ਕਾਫੀ ਇਮਾਰਤਾਂ ਮਿਲਦੀਆਂ ਨੇ ਸਾਨੂੰ, ਪਰ ਜਿਹੜਾ ਮੇਨ ਸ਼ੁਰੂ ਹੁੰਦਾ ਹੈ ਨਾ ਉਹ ਮੁਗਲ ਤੋਂ ਸ਼ੁਰੂ ਹੁੰਦਾ ਹੈ, ਜਦੋਂ ਜੀ। ਮੁਗਲ ਆਉਂਦੇ ਨੇ। ਸੋ ਉਹ ਕਿਲੇਬੰਦੀ ਕਰਦੇ ਨੇ, ਕਿਲੇਬੰਦੀ ਕਰਨ ਤੋਂ ਬਾਅਦ ਫਿਰ ਉਹ ਆਪਣਾ ਜਿਹੜਾ ਉੱਧਰ ਦਾ ਆਰਟ ਹੈ ਜੀ, ਉਹ ਸਾਡੇ ਸਾਹਮਣੇ ਪ੍ਰਸਤੁਤ ਕਰਦੇ ਨੇ। ਸੋ ਇਹ ਜਿਹੜੀ ਆਪਾਂ ਮੇਨ ਆਪਾਂ ਗੱਲ ਕਰ ਲਈ ਜਿੱਥੇ ਜਿੱਥੇ ਹੋ ਰਹਿੰਦੇ ਰਹੇ ਨੇ, ਜੀ। ਜੇ ਸ਼ੁਰੂਆਤ ਕਰਦੇ ਆਪਾਂ ਮੇਨ ਜਿਹੜੇ ਬੱਚੇ ਆਮ ਨੂੰ ਜਾਣਦੇ ਹੋਣਗੇ, ਦਿੱਲੀ ਦੇ ਵਿੱਚ ਲਾਲ ਕਿਲ੍ਹਾ ਹੈ, ਜੀ, ਜੀ। ਹਨਾ। ਉਹਦੇ ਲਾਗੇ ਕੋਈ 200 ਕਿਲੋਮੀਟਰ ਆਗਰਾ ਹੈ, ਆਗਰਾ ਜੀ। ਫੋਰਟ ਹੈ ਨਾ। ਉਸ ਤੋਂ ਬਾਅਦ ਤਾਜ ਮਹਿਲ ਹੈ ਜੀ। ਇਸ ਤੋਂ ਪੁਰਾਣਾ ਜੀ ਥੋੜਾ ਹੋਰ ਪਿੱਛੇ ਜਲਦੀ ਕਾਫੀ ਆਪਾਂ ਤੇ ਕੁਤਬ ਮੀਨਾਰ ਦੀ ਗੱਲ ਕਰ ਲਿਓ। ਜੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਤੇ ਸ਼ਕਤੀ ਪ੍ਰਦਰਸ਼ਨ ਹੁੰਦਾ ਜੀ। ਸਾਡੇ ਕੋਲ ਇੰਨਾ ਕੁਝ ਹੈ, ਅਸੀਂ ਆ ਕੁਝ ਕਰ ਜੀ, ਸਕਦੇ ਹਾਂ। ਜੀ। ਦੂਸਰਾ ਉਹ ਕੁਝ ਸਾਰੇ ਰਾਜੇ ਨਹੀਂ ਸੀ ਇਸ ਤਰ੍ਹਾਂ ਦੇ, ਕੁਝ ਰਾਜੇ ਸੀ ਜਿਹੜੇ ਸ਼ੌਕੀਨ ਰਾਜੇ ਸੀਗੇ, ਸ਼ੌਕ ਰੱਖਦੇ ਜਿਹੜੇ ਸੀ। ਸ਼ੌਕ ਰੱਖਦੇ ਸੀਗੇ। ਅੱਛਾ, ਜੇ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਅਕਬਰ ਦੀ ਗੱਲ ਕਰ ਲਈਏ ਤਾਂ ਫਤਿਹਪੁਰ ਸਿਕਰੀ ਚੱਲ ਜਾਓ। ਜੀ। ਰਾਜਸਥਾਨ ਤੁਸੀਂ ਰਾਜਪੂਤ ਆਰਟ ਵੇਖਣਾ ਵਾ, ਰਾਜਪੂਤਾਂ ਦਾ ਜਾਂ ਮੁਗਲਾਂ ਦਾ ਇੱਕ ਸਾਂਝਾ ਆਰਟ ਵੇਖਣਾ ਵਾ, ਜੀ। ਤੁਸੀਂ ਰਾਜਸਥਾਨ ਦੇ ਵਿੱਚ ਜੈਪੁਰ ਚਲੇ ਜਾਓ, ਤੁਸੀਂ ਜੋਧਪੁਰ ਚਲੇ ਜਾਓ, ਜੀ, ਜੀ। ਬੀਕਾਨੇਰ ਦੇ ਵਿੱਚ ਵੀ ਕਿਲੇ ਨੇ, ਹਨਾ, ਉੱਥੇ ਚਲੇ ਜਾਓ। ਇਸ ਤੋਂ ਇਲਾਵਾ ਤੁਸੀਂ ਮੈਸੂਰ ਚਲੇ ਜਾਓ ਤਾਂ ਜੀ। ਟਿਪੂ ਸੁਲਤਾਨ ਹੈਦਰ ਅਲੀ ਦਾ ਜੀ। ਬੜਾ ਕੁਝ ਜਿਹੜਾ ਵਾ ਉਹ ਵੇਖਣ ਵਾਲਾ ਹੈ। ਸੋ ਇਹਨਾਂ ਤੋਂ ਸਾਨੂੰ ਇਹ ਜਿਹੜਾ ਉਹ ਪੂਰੀ ਇੱਕ ਸਮਝ ਆ ਜਾਂਦੀ ਹੈ ਜੀ। ਕਿ ਇਹ ਕਿਹੜਾ ਆਰਟ ਸੀਗਾ ਤੇ ਉਸ ਸਮੇਂ ਰਾਜੇ ਦੀ ਸੋਚ ਕਿਸ ਤਰ੍ਹਾਂ ਦੀ ਸੀਗੀ, ਜੀ। ਉਹ ਰਾਜੇ ਦੀ ਜਿਹੜੀ ਆਪਣੀ ਸਮਝ ਕਿਸ ਤਰ੍ਹਾਂ ਦੀ ਸੀਗੀ, ਜਾਂ ਉਹਨੂੰ ਕਿੰਨਾ ਕੁ ਖਤਰਾ ਸੀਗਾ ਬਾਕੀਆਂ ਦੇ ਮੁਕਾਬਲੇ। ਸੋ ਇਹ ਸਾਰਾ ਕੁਝ ਕਿਲਿਆਂ ਦੇ ਰੂਪ ਦੇ ਵਿੱਚ ਸਾਨੂੰ ਸਮਝ ਆ ਜਾਂਦੀ ਹੈ। ਅੱਛਾ, ਜੇਕਰ ਆਪਾਂ ਥੋੜੀ ਜਿਹੀ ਅੱਗੇ ਗੱਲ ਕਰ ਲਈਏ ਸਿੱਖ ਇਤਿਹਾਸ ਦੇ ਬਾਰੇ, ਤਾਂ ਮਹਾਰਾਜਾ ਰਣਜੀਤ ਸਿੰਘ ਦੀ ਆਪਾਂ ਗੱਲ ਕਰ ਲਈਏ ਤਾਂ ਲਾਹੌਰ ਕਿਲੇ ਬਣੇ ਨੇ, ਅੰਮ੍ਰਿਤਸਰ ਦੇ ਵਿੱਚ ਬਣੇ ਨੇ, ਜੀ। ਹਨਾ, ਚਾਰ ਦੀਵਾਰੀ ਬਣੀ ਹੋਈ ਸੀ। ਸੋ ਇਹ ਇੱਕ ਉਸ ਵੇਲੇ ਦੀ ਜਿਹੜੀ ਸਿਆਸਤ ਸੀਗੀ ਉਹ ਜੀ। ਆਪਣੇ ਲੋਕਾਂ ਨੂੰ ਬਚਾਉਣ ਵਾਸਤੇ, ਆਪਣੇ ਰਾਜ ਨੂੰ ਬਚਾਉਣ ਵਾਸਤੇ। ਅੱਛਾ, ਫਿਰ ਉਸ ਤੋਂ ਬਾਅਦ ਜੇਕਰ ਆਪਾਂ ਅਨੰਦਪੁਰ ਸਾਹਿਬ ਦੇ ਕਿਲੇ ਦੀ ਗੱਲ ਕਰ ਲਈਏ ਤਾਂ ਜੀ। ਉਦੋਂ ਵੀ ਬੜੀ ਵੱਡੀ ਯੋਜਨਾ ਬੰਦੀ ਸੀ, ਕਿਲੇ ਬੰਦੀ ਸੀ, ਉੱਚੇ ਥਾਂ ਤੇ ਕਿਲੇ ਬਣਦੇ ਤਾਂ ਜੋ ਉਹ ਆਪ ਸੁਰੱਖਿਅਤ ਰਹਿਣ। ਜੇਕਰ ਥੱਲਿਓਂ ਦੁਸ਼ਮਣ ਹਮਲਾ ਕਰਦਾ ਹੈ ਤਾਂ ਉਹ ਦੁਸ਼ਮਣ ਦਾ ਮੁਕਾਬਲਾ ਕਰ ਸਕਣ। ਸੋ ਇਹ ਸਾਰੀ ਰਣਨੀਤੀ ਸੀਗੀ। ਸੋ ਇਹ ਸਾਰਾ ਇਤਿਹਾਸ ਨੂੰ ਸਮਝਣ ਵਾਸਤੇ ਸਾਨੂੰ ਇਹ ਵੇਖਣਾ ਪੈਂਦਾ ਹੈ ਕਿ ਇਹ ਕਿਲੇ ਕਿੱਥੇ ਬਣੇ, ਕਿਵੇਂ ਬਣੇ, ਇਹ ਦੁਸ਼ਮਣ ਨੂੰ ਕਿਵੇਂ ਮੁਕਾਬਲਾ ਕਰਦੇ ਸੀ। ਸੋ ਇਹ ਇਤਿਹਾਸ ਨੂੰ ਸਮਝਣ ਵਾਸਤੇ ਇਹ ਵੀ ਇੱਕ ਚੀਜ਼ ਹੈ ਜਿਹੜਾ ਸਾਡੇ ਵਾਸਤੇ ਇੱਕ ਬੜਾ ਚਲੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਵੀ ਇਹ ਜਿਹੜੇ ਕਿਲੇ ਜਾਂ ਇਤਿਹਾਸਕ ਬਿਲਡਿੰਗਾਂ ਸੀ ਉਹ ਉਦੋਂ ਦੇ ਸ਼ਾਸਕਾਂ ਦੀ ਕਲਾ, ਉਹਨਾਂ ਦੀ ਸਮਝ, ਉਹਨਾਂ ਦੀ ਸੋਚ ਤੇ ਉਹਨਾਂ ਦੀ ਕਹਿ ਲਓ ਜੀ ਲੋੜ ਰਣਨੀਤੀ, ਹਾਂ, ਰਣਨੀਤੀ ਹਨਾ, ਉਹਨਾਂ ਦਾ ਇੱਕ ਸਾਂਝਾ ਰੂਪ ਆ ਤੇ ਜਿਨ੍ਹਾਂ ਨੇ ਸਾਡੇ ਦੇਸ਼ ਦਾ, ਸਾਡੇ ਮਤਲਬ ਦੁਨੀਆ ਨੂੰ ਪ੍ਰਭਾਵਿਤ ਬਹੁਤ ਕੀਤਾ ਹੋਇਆ। ਬਿਲਕੁਲ। ਸੋ ਆਖਰੀ ਸਵਾਲ ਆ ਮੇਰਾ ਇਸੇ ਲੈਸਨ ਦੇ ਵਿੱਚੋਂ ਕਿ ਸਰਕਾਰੀ ਦਸਤਾਵੇਜ਼ ਜਿਹਨੂੰ ਅਸੀਂ ਗਵਰਨਮੈਂਟ ਡਾਕੂਮੈਂਟ ਕਹਿ ਸਕਦੇ ਹਾਂ ਜੀ, ਕੀ ਹੁੰਦੇ ਆ, ਉਹਨਾਂ ਨੇ ਸਾਡੇ ਇਤਿਹਾਸ ਦੇ ਵਿੱਚ ਕੀ ਯੋਗਦਾਨ ਪਾਇਆ? ਸਰਕਾਰੀ, ਜੀ ਬਿਲਕੁਲ, ਸਰਕਾਰੀ ਜਿਹੜੇ ਡਾਕੂਮੈਂਟਸ ਨੇ, ਜਿਨ੍ਹਾਂ ਕਿ ਸਰਕਾਰੀ ਲਿਖਤਾਂ, ਸਰਕਾਰੀ ਚਿੱਠੀਆਂ ਜਿਹੜੀਆਂ ਜੀ। ਸਰਕਾਰਾਂ ਨੇ ਦਿਲ ਭੇਜੀਆਂ ਨੇ, ਹਨਾ, ਜੀ। ਉਹ ਮੇਨ ਸਰਕਾਰੀ ਡਾਕੂਮੈਂਟਸ ਚ ਆਉਂਦੀਆਂ ਨੇ, Okay। ਜਿਹੜੀਆਂ ਸਾਨੂੰ
ਇਹ ਦੱਸਦੀਆਂ ਨੇ ਕਿ ਫਲਾਣੇ ਰਾਜੇ ਨੇ ਫਲਾਣੇ ਰਾਜੇ ਨੂੰ ਇੱਕ ਬੇਨਤੀ ਕੀਤੀ ਜੀ। ਫਲਾਣੇ ਰਾਜੇ ਨੇ ਫਲਾਣੇ ਰਾਜੇ ਨੂੰ ਇੱਕ ਹੁਕਮ ਜੀ। ਦਿੱਤਾ। ਸੋ ਉਹਨਾਂ ਤੋਂ ਇਹ ਪਤਾ ਲੱਗਦਾ ਕਿ ਕਿਹੜਾ ਰਾਜਾ ਉਸ ਵਿੱਚ ਕਿਸ ਹਾਲਤ ਸੀਗਾ, ਕਿਸ ਸਥਿਤੀ ਸੀਗਾ ਉਹ। ਜੀ। ਸੋ ਇਹ ਜਿਹੜੇ ਸਰਕਾਰੀ ਦਸਤਾਵੇਜ਼ ਨੇ ਇਹ ਉਸ ਵੇਲੇ ਦੇ ਜਿਹੜੇ ਰਾਜੇ ਦਰਬਾਰ 'ਚ ਜੋ ਕੁਝ ਵਾਪਰਿਆ, ਜੋ ਉਹ ਲਿਖਤਾਂ ਨੇ ਉਹ ਵੀ ਇਹਦੇ ਸ਼ਾਮਲ ਨੇ। ਇਸ ਤੋਂ ਇਲਾਵਾ ਇੱਕ ਤੁਸੀਂ ਗੱਲ ਛੱਡਤੀ ਹੈ ਸਿੱਕੇ, ਜਿਹੜੇ ਸਰਕਾਰੀ ਸਿੱਕੇ ਸੀਗੇ। ਸੋ ਸਿੱਕਿਆਂ ਤੋਂ ਵੀ ਸਾਨੂੰ ਪਤਾ ਲੱਗਦਾ, ਜਿਵੇਂ ਆਪਾਂ ਮਹਾਰਾਜਾ ਰਣਜੀਤ ਸਿੰਘ ਵਰਕੜੀ ਖਾਲਸਾ ਰਾਜ ਆ, ਉੱਥੇ ਉਹਨੇ ਸਿੱਕਿਆਂ ਦੇ ਦੋਵੇਂ ਪਾਸੇ ਆਪਣੀ ਕੋਈ ਫੋਟੋ ਨਹੀਂ ਚਲਾਈ, ਉਹਨੇ ਕੁਰਸੀ ਦੀ ਫੋਟੋ ਲਾਈ ਸੀ ਜੀ। ਅਕਬਰ ਨੇ ਆਪਣੇ ਸਿੱਕੇ ਚਲਾਏ ਹੈ ਨਾ, ਬਾਬਰ ਦੇ ਆਪਣੇ ਸੀਗੇ, ਔਰੰਗਜ਼ੇਬ ਦੇ ਆਪਣੇ। ਸੋ ਇਹ ਹਰ ਕਿਸ ਤਰ੍ਹਾਂ ਦਾ ਸਿੱਕਾ ਉਹਦੀ ਕਿੰਨੀ ਕੀਮਤ ਹੈ। ਸੋ ਇਹ ਸਾਰਾ ਕੁਝ ਰਲ ਮਿਲ ਕੇ ਜਿਹੜਾ ਉਹ ਇਤਿਹਾਸ ਨੂੰ ਸਮਝਣ ਦੇ ਵਿੱਚ ਸਾਡੀ ਮਦਦ ਕਰਦਾ ਹੈ। ਚਾਹੇ ਉਹ ਅਖਬਾਰਾਂ ਨੇ, ਚਾਹੇ ਉਹ ਕਿਤਾਬਾਂ ਨੇ, ਚਾਹੇ ਉਹ ਉਸ ਵੇਲੇ ਦੇ ਕਵੀਆਂ ਦੁਆਰਾ ਲਿਖੀਆਂ ਗਈਆਂ ਕਵਿਤਾਵਾਂ ਵੀ ਨੇ ਜੀ। ਹਨਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਰਾਜੇ ਸ਼ੀਮ ਕਤਮ ਕੁੱਤੇ। ਸੋ ਇਹ ਮਤਲਬ ਹੈ ਕਿ ਉਸ ਵੇਲੇ ਬਾਬਰ ਦਾ ਜਾਂ ਜਿਹੜੇ ਹੋਰ ਉਸ ਵੇਲੇ ਦੇ ਸ਼ਾਸਕ ਨੇ ਉਹਨਾਂ ਦੇ ਬਾਰੇ ਇੱਕ ਆਮ ਬੰਦੇ ਦੀ ਸੋਚ ਕੀ ਹੋਊਗੀ। ਸੋ ਇਹ ਸਾਰਾ ਕੁਝ ਇਤਿਹਾਸ ਦਾ ਸਾਰਾ ਸੋਮਾ ਹੀ ਨੇ। ਸੋ ਸਾਨੂੰ ਸਮਝਣ ਵਾਸਤੇ ਇਤਿਹਾਸ ਨੂੰ ਹਰ ਚੀਜ਼ ਜਿਹੜੀ ਹੈ ਉਹ ਬੜੀ ਡੀਪਲੀ ਪੜ੍ਹਨੀ ਪੈਂਦੀ ਹੈ। ਇਤਿਹਾਸ ਸੁਣਿਆ ਸੁਣਾਇਆ ਨਹੀਂ ਵੀ ਤੁਹਾਨੂੰ ਕਿਸੇ ਬੰਦੇ ਨੇ ਇਤਿਹਾਸ ਸੁਣਾਤਾ ਤੇ ਆਪਾਂ ਯਕੀਨ ਕਰ ਲਿਆ। ਇਤਿਹਾਸ ਇੱਕ ਪੜਚੋਲ ਹੈ, ਇਤਿਹਾਸ ਦੀ ਖੋਜ ਹੈ। ਸੋ ਇਹ ਸੀਗਾ ਇਤਿਹਾਸ ਦੇ ਬਾਰੇ ਗੱਲ। ਬਹੁਤ ਬਹੁਤ ਸ਼ੁਕਰੀਆ ਸਰ। ਤਾਂ ਪਿਆਰੇ ਬੱਚਿਓ, ਆਪਾਂ ਨੂੰ ਅੱਜ ਕਾਫੀ ਕੁਝ ਜੋ ਇਤਿਹਾਸ ਕੀ ਹੈ, ਕਿਵੇਂ ਕਦੋਂ ਤੇ ਕਿੱਥੇ ਕੀ ਕੁਝ ਵਾਪਰਿਆ, ਕਿ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਇਤਿਹਾਸ ਦੀ ਜਾਣਕਾਰੀ ਮਿਲ ਸਕਦੀ ਹੈ, ਅਸੀਂ ਬਿਲਡਿੰਗਾਂ ਤੋਂ ਕਿਵੇਂ ਸਿੱਖ ਸਕਦੇ ਹਾਂ, ਅਸੀਂ ਕਿਤਾਬਾਂ ਤੋਂ ਕਿਵੇਂ ਪਤਾ ਕਰ ਸਕਦੇ ਹਾਂ, ਅਸੀਂ ਸਿੱਕਿਆਂ ਨੂੰ ਕਿਵੇਂ ਦੇਖ ਸਕਦੇ ਹਾਂ, ਸਰਕਾਰੀ ਦਸਤਾਵੇਜ਼ ਕੀ ਹੁੰਦੇ ਨੇ, ਉਹ ਸਾਰਾ ਚੇਅਰਮੈਨ ਸਾਹਿਬ ਵੱਲੋਂ ਬੜਾ ਬਾਖੂਬੀ ਸਮਝਾਇਆ ਤੇ ਦੱਸਿਆ ਗਿਆ। ਉਮੀਦ ਹੈ ਤੁਹਾਨੂੰ ਸਮਝ ਵੀ ਆ ਗਿਆ ਹੋਵੇਗਾ। ਔਰ ਬਾਕੀ ਤੁਸੀਂ ਹੋਰ ਵੀਡੀਓ ਦੇਖਣ ਲਈ ਉੱਪਰਲਾ ਜਿਹੜਾ ਆਈਕਨ ਆ ਉਹ ਚੈੱਕ ਕਰ ਸਕਦੇ ਹੋ ਤੇ ਬਾਕੀ ਵੀਡੀਓ ਵੀ ਦੇਖ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸਰ।